ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸਿੰਘ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਇੱਕ ਵਾਰ ਕੀ ਹੋਇਆ ਸੀਗਾ ਕਿ ਇੱਕ ਪਟਿਆਲੇ ਤੋਂ ਇੱਕ ਵਿਦਵਾਨ ਪੰਡਤ ਆਇਆ ਸੀਗਾ, ਜਿੱਥੇ ਇਹ ਪੰਡਤ ਜਿਹੜਾ ਸੀਗਾ ਇਹ ਸ਼ਾਸਤਰਾਂ ਦਾ ਔਰ ਵੇਦਾਂ ਦਾ ਬਹੁਤ ਜ਼ਿਆਦਾ ਗਿਆਤਾ ਸੀਗਾ। ਉੱਥੇ ਨਾਲ ਜੋਤਸ਼ੀ ਵੀ ਸੀ। ਇਹ ਜਿਹੜਾ ਪੰਡਤ ਸੀਗਾ ਇਹ ਆਪਣੇ ਰਿਸ਼ਤੇਦਾਰਾਂ ਨੂੰ ਜਦ ਮਿਲਣ ਆਇਆ ਸੀਗਾ ਤੇ ਇਹਨਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਸੀਗਾ ਕਿ ਇੱਕ ਸੰਤ ਬਾਬਾ ਮਹਾ ਹਰਨਾਮ ਸਿੰਘ ਕਰਕੇ ਭੁੱਚੋ ਰਹਿੰਦੇ ਆ ਤੇ ਉਹਨਾਂ ਦੇ ਦਰਸ਼ਨ ਕਰਨੇ ਬਣਦੇ ਆ। ਪਰ ਪਹਿਲਾਂ ਤਾਂ ਪੰਡਤ ਮੰਨਿਆ ਨਹੀਂ, ਪਰ ਰਿਸ਼ਤੇਦਾਰਾਂ ਦੇ ਕਹਿਣ ਦੇ ਉੱਤੇ ਇਹ ਪੰਡਤ ਜਿਹੜਾ ਸੀਗਾ ਇਹ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਇਆ ਸੀ। ਜਦ ਇਹ ਦਰਸ਼ਨ ਕਰਨ ਆਇਆ ਤੇ ਇਹਨੇ ਆ ਕੇ ਬਾਬਾ ਜੀ ਨੂੰ ਮੱਥਾ ਟੇਕਿਆ ਤੇ ਜਦੋਂ ਬਾਬਾ ਜੀ ਨੇ ਇਹਦੇ ਵੱਲ ਤੱਕਿਆ ਤੇ ਕਹਿਣ ਲੱਗੇ, ਕਹਿੰਦੇ ਹਾਂ ਪੰਡਤ ਜੀ ਦੱਸੋ ਕੀ ਪ੍ਰਸ਼ਨ ਆ। ਜਦ ਇੰਨੀ ਗੱਲ ਹੋਈ ਸੀ ਤਾਂ ਇਹਨਾਂ ਦੇ ਰਿਸ਼ਤੇਦਾਰ ਕਹਿਣ ਲੱਗੇ, ਜੀ ਇਹ ਸਾਡਾ ਖਾਸ ਰਿਸ਼ਤੇਦਾਰ ਆਦਮੀ ਆ, ਬਹੁਤ ਵੱਡਾ ਵਿਦਵਾਨ ਹੈ, ਵੇਦਾਂ ਸ਼ਾਸਤਰਾਂ ਦਾ ਬੜਾ ਮਾਹਰ ਵਾ ਤੇ ਨਾਲ ਜੋਤਸ਼ੀ ਵੀ ਆ, ਪਰ ਇਸਨੇ 2 ਸ਼ਾਦੀਆਂ ਕਰਾਈਆਂ ਪਰ ਕਿਸੇ ਦੇ ਕੋਈ ਔਲਾਦ ਨਹੀਂ ਹੋਈ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਜੀ ਉਸ ਪੰਡਤ ਵੱਲ ਦੇਖ ਕੇ ਕਹਿਣ ਲੱਗੇ, ਕਹਿੰਦੇ ਪੰਡਤ ਜੀ ਤੁਸੀਂ ਤਾਂ ਆਪ ਬੜੇ ਜੋਤਸ਼ੀ ਆ, ਤੁਸੀਂ ਇਹ ਦੱਸੋ ਕਿ ਤੁਹਾਡਾ ਜੋਤਿਸ਼ ਤੁਹਾਡੇ ਬਾਰੇ ਕੀ ਕਹਿੰਦਾ ਹੈਗਾ। ਜਦ ਬਾਬਾ ਜੀ ਨੇ ਇਹ ਗੱਲ ਕੀਤੀ ਤਾਂ ਉਹ ਪੰਡਤ ਕਹਿਣ ਲੱਗਾ, ਜੀ ਮੈਂ ਸਾਰੇ ਪੱਤਰੇ ਘੋਖ ਕੇ ਦੇਖ ਲਏ ਆ ਤੇ ਮੇਰੇ ਜੋਤਿਸ਼ ਦੇ ਜਿਹੜੇ ਪੱਤਰੇ ਮੈਨੂੰ ਇਹ ਦੱਸਦੇ ਆ ਕਿ 7 ਜਨਮ ਤੱਕ ਤੇਰੇ ਕੋਈ ਔਲਾਦ ਨਹੀਂ ਹੋਗੀ, ਤੂੰ ਸੰਤਾਨ ਤੋਂ ਖਾਲੀ ਰਹੂੰਗਾ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਜੀ ਕਹਿਣ ਲੱਗੇ, ਕਹਿੰਦੇ ਕੋਈ ਗੱਲ ਨਹੀਂ, ਜੇਕਰ ਤੇਰੇ ਜੋਤਿਸ਼ ਦੇ ਪੱਤਰੇ ਇਹ ਗੱਲ ਆਖਦੇ ਕਿ 7 ਜਨਮ ਤੱਕ ਤੇਰੇ ਕੋਈ ਔਲਾਦ ਨਹੀਂ ਹੋਗੀ ਤੇ ਤੂੰ ਗੁਰੂ ਨਾਨਕ ਦੇ ਘਰ 'ਚ ਆ ਗਿਆ। ਗੁਰੂ ਨਾਨਕ ਦਾ ਘਰ ਸਰਬ ਕਲਾ ਸਮਰੱਥ ਹੈਗਾ, ਇੱਥੇ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ। ਜਦ ਮਹਾਂਪੁਰਖ ਨੇ ਇਹ ਗੱਲ ਕਹੀ ਸੀ ਤਾਂ ਫਿਰ ਉਹ ਪੰਡਤ ਨੇ ਬਾਬਾ ਜੀ ਵੱਲ ਦੇਖਿਆ, ਦੇਖ ਕੇ ਕਹਿਣ ਲੱਗਾ, ਮਹਾਂਪੁਰਖੋ ਅਗਰ ਮੇਰੇ ਔਲਾਦ ਹੋ ਜਾਵੇ ਨਾ ਤੇ ਮੈਂ ਜਿੰਨੇ ਵੀ ਇਹ ਗ੍ਰੰਥ ਹੈਗੇ ਸਾਰੇ ਸਾੜ ਕੇ ਰੱਖ ਦਊਂਗਾ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਨਹੀਂ ਭਾਈ ਗ੍ਰੰਥਾਂ ਦਾ ਕੋਈ ਕਸੂਰ ਨਹੀਂ, ਗ੍ਰੰਥ ਵੀ ਆਪਣੀ ਜਗ੍ਹਾ ਸਹੀ ਆ, ਪਰ ਗੁਰੂ ਨਾਨਕ ਦਾ ਘਰ ਜਿਹੜਾ ਸਾਰੀਆਂ ਗੱਲਾਂ 'ਚ ਸਮਰੱਥ ਹੈਗਾ। ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਕਿਹਾ, ਤੂੰ ਇਸ ਤਰ੍ਹਾਂ ਕਰੀ, ਅਗਲੇ ਵਾਰ 1 ਮਹੀਨੇ ਤੋਂ ਬਾਅਦ ਆਪਣੀਆਂ ਜਿਹੜੀਆਂ ਦੋਨੇ ਪਤਨੀਆਂ ਹੈਗੀਆਂ ਉਹਨਾਂ ਨੂੰ ਨਾਲ ਲੈ ਕੇ ਸਾਡੇ ਪਾਸ ਆਈ। ਉਸ ਤੋਂ ਬਾਅਦ ਜਿਹੜਾ ਪਟਿਆਲੇ ਦਾ ਪੰਡਤ ਸੀਗਾ ਇਹ ਮਹਾਂਪੁਰਖ ਤੋਂ ਆਗਿਆ ਲੈ ਕੇ ਤੇ ਆਪਣੇ ਘਰ ਚਲੇ ਗਿਆ ਸੀਗਾ। 1 ਮਹੀਨੇ ਬਾਅਦ ਇਹ ਪੰਡਤ ਆਪਣੀਆਂ ਦੋਨੇ ਪਤਨੀਆਂ ਤੇ ਨਾਲ ਰਿਸ਼ਤੇਦਾਰਾਂ ਦੇ ਨਾਲ ਜਦੋਂ ਮਹਾਂਪੁਰਖਾਂ ਦੇ ਪਾਸ ਆਇਆ, ਪਰ ਇਹਨਾਂ ਦੇ ਰਿਸ਼ਤੇਦਾਰਾਂ ਨੇ ਇਹਨਾਂ ਦੀ ਜਿਹੜੀਆਂ ਘਰ ਵਾਲੀਆਂ ਸੀ ਉਹਨਾਂ ਨੂੰ ਇਹ ਕਹਿਤਾ ਸੀ ਕਿ ਮਹਾਂਪੁਰਖ ਜੋ ਵੀ ਤੁਹਾਨੂੰ ਵਚਨ ਕਹਿਣਗੇ ਤੁਸੀਂ ਸੱਤ ਮੰਨਣਾ ਤੇ ਮਹਾਂਪੁਰਖ ਨੇ ਤੁਹਾਡੇ ਤੋਂ ਸ਼ਰ੍ਹਾ ਕਰਾਉਣੀ ਆ। ਅਗਰ ਤੁਸੀਂ ਇਹਦੇ ਸਫਲ ਹੋ ਜਾਓਗੇ ਤਾਂ ਤੁਹਾਡੇ ਭਾਗ ਜਾਗ ਪੈਣਗੇ। ਖੈਰ ਜਦੋਂ ਇਹ ਜਿਹੜਾ ਪੰਡਤ ਸੀ ਰਿਸ਼ਤੇਦਾਰਾਂ ਤੇ ਪਤਨੀਆਂ ਸਮੇਤ ਮਹਾਂਪੁਰਖਾਂ ਦੇ ਪਾਸ ਪਹੁੰਚਾ ਤੇ ਬਾਬਾ ਜੀ ਨੇ ਫਿਰ ਸਭ ਤੋਂ ਪਹਿਲਾਂ ਇਹਨਾਂ ਦੀਆਂ ਜਿਹੜੀਆਂ ਘਰ ਵਾਲੀਆਂ ਸੀ ਉਹਨਾਂ ਨੂੰ ਸ਼ਰ੍ਹਾ ਕਰਾਉਣ ਵਾਸਤੇ ਆਖਿਆ ਸੀਗਾ ਤੇ ਅੰਦਰੋਂ ਪਹਿਲਾਂ ਤਿਆਰ ਸੀਗੀਆਂ, ਉਸੇ ਟਾਈਮ ਚਲੀਆਂ ਗਈਆਂ ਤੇ ਸੇਵਾਦਾਰਾਂ ਨੇ ਇਹਨਾਂ ਦੋਨਾਂ ਪਤਨੀਆਂ ਦੀ ਜਦ ਸ਼ਰ੍ਹਾ ਕਰਾਈ ਤੇ ਫਿਰ ਮਹਾਂਪੁਰਖ ਜਿਹੜੇ ਸੀਗੇ ਇਹਨਾਂ ਨੂੰ ਦੇਖ ਕੇ ਕਹਿਣ ਲੱਗੇ, ਕਹਿੰਦੇ ਭਾਈ ਹੁਣ ਸ਼ੁੱਧ ਹੈਗਾ। ਉਸ ਤੋਂ ਬਾਅਦ ਇਹ ਜਿਹੜਾ ਪਰਿਵਾਰ ਸੀਗਾ ਫਿਰ ਵਾਪਸ ਚਲਿਆ ਗਿਆ। ਤਕਰੀਬਨ 1 ਸਾਲ ਦੇ ਬਾਅਦ 1-2 ਮਹੀਨੇ ਦੇ ਫਰਕ ਦੇ ਨਾਲ ਇਹਨਾਂ ਦੋਨਾਂ ਘਰ ਵਾਲੀਆਂ ਦੇ ਜਿਹੜੀ ਸੀ ਉਹਨਾਂ ਟਾਈਮਾਂ ਵਿੱਚ ਸੰਤਾਨ ਹੋਈ ਸੀ। ਜਦ ਫਿਰ ਸੰਤਾਨ ਹੋਈ ਸੀ ਫਿਰ ਇਹ ਪਰਿਵਾਰ ਜਿਹੜਾ ਸੀਗਾ ਬਹੁਤ ਜ਼ਿਆਦਾ ਖੁਸ਼ ਹੋਇਆ ਸੀਗਾ ਤੇ ਫਿਰ ਜਦ ਇਹ ਸੰਤਾਨ ਨੂੰ ਨਾਲ ਲੈ ਕੇ ਮਹਾਂਪੁਰਖਾਂ ਦੇ ਪਾਸ ਜਦ ਮੱਥਾ ਟੇਕਣ ਦੁਬਾਰਾ ਆਏ ਸੀ ਸਾਰਾ ਪਰਿਵਾਰ, ਤੇ ਫਿਰ ਬਾਬਾ ਜੀ ਨੇ ਇਸ ਨੂੰ ਆਖਿਆ ਸੀ, ਕਹਿੰਦੇ ਹਾਂ ਪੰਡਿਤ ਜੀ ਹੁਣ ਤੈਨੂੰ ਪਤਾ ਲੱਗਾ ਹੈ ਕਿ ਇਹ ਜਿਹੜੇ ਵੇਦ ਸ਼ਾਸਤਰ ਵਾ ਇਹ ਵੱਡੇ ਕਿ ਗੁਰੂ ਨਾਨਕ ਦਾ ਘਰ ਵੱਡਾ ਹੈਗਾ। ਤਾਂ ਫਿਰ ਉਹ ਪੰਡਿਤ ਕਹਿਣ ਲੱਗਾ, ਜੀ ਬਾਬੇ ਨਾਨਕ ਦਾ ਘਰ ਵੱਡਾ ਹੈ, ਮੈਂ ਅੱਖੀ ਤੇ ਪ੍ਰਤੱਖ ਦੇਖ ਲਿਆ ਹੈ। ਉਸ ਤੋਂ ਬਾਅਦ ਇਹ ਪਰਿਵਾਰ ਜਿਹੜਾ ਸੀ ਮਹਾਂਪੁਰਖਾਂ ਦਾ ਸ਼ਰਧਾਲੂ ਬਣਿਆ ਸੀਗਾ। ਇਸੇ ਤਰ੍ਹਾਂ ਇੱਕ ਵਾਰੀ ਕੀ ਹੋਈ ਸੀ ਕਿ ਜਦੋਂ ਸਰਦਾਰ ਈਸ਼ਰ ਸਿੰਘ ਲੰਬੜਦਾਰ ਜਿਹੜੇ ਸੀਗੇ ਇਹ ਮਹਾਂਪੁਰਖਾਂ ਦੀ ਸੇਵਾ ਕਰਦੇ ਹੁੰਦੇ ਸੀ ਉਹਨਾਂ ਟਾਈਮਾਂ ਦੇ ਵਿੱਚ, ਤੇ ਬਾਬਾ ਜੀ ਦੀ ਜਿਹੜੀ ਇੱਕ ਦਾੜ ਸੀ ਨਾ ਅਚਾਨਕ ਨਿਕਲ ਗਈ। ਜਦ ਦਾੜ ਨਿਕਲੀ ਤੇ ਈਸ਼ਰ ਸਿੰਘ ਜਿਹੜਾ ਸੀਗਾ ਇਹ ਸੇਵਾ 'ਚ ਹਾਜ਼ਰ ਸੀਗਾ, ਇਹਦੀ ਨਜ਼ਰ ਪੈ ਗਈ। ਇਹਨੇ ਫਟਫਟ ਜਿਹੜੀ ਦਾੜ ਸੀ ਥੱਲਿਓਂ ਚੱਕ ਕੇ ਆਪਣੀ ਜੇਬ ਦੇ ਵਿੱਚ ਸੰਭਾਲ ਕੇ ਰੱਖ ਲਈ। ਜਦ ਦਾੜ ਜੇਬ 'ਚ ਪਾ ਕੇ ਸੰਭਾਲ ਕੇ ਰੱਖ ਲਈ, ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਈਸ਼ਰ ਸਿੰਘ ਨੂੰ ਆਵਾਜ਼ ਮਾਰੀ, ਕਹਿਣ ਲੱਗੇ, ਈਸ਼ਰ ਸਿੰਘ ਜਿਹੜੀ ਦਾੜ ਤੂੰ ਸਾਡੀ ਸੰਭਾਲ ਕੇ ਰੱਖੀ ਹੈਗੀ ਆ, ਅਗਰ ਤੂੰ ਇਸੇ ਤਰ੍ਹਾਂ ਸੰਭਾਲ ਕੇ ਰੱਖੂੰਗਾ ਤਾਂ ਤੇਰੀ ਜਿਹੜੀ ਸ਼ਾਨ ਹੈਗੀ ਹੈ ਨਾ ਸਾਰੇ ਇਲਾਕੇ ਵਿੱਚ ਬਣੀ ਰਹੂਗੀ ਤੇ ਤੇਰੇ ਅੱਗੇ ਕੋਈ ਵੀ ਆਦਮੀ ਅੜੂਗਾ ਨਹੀਂ ਆ। ਜਦ ਇਹ ਗੱਲ ਹੋਈ ਤੇ ਈਸ਼ਰ ਸਿੰਘ ਨੇ 7 ਵਚਨ ਮੰਨੇ ਸੀ। ਉਸ ਤੋਂ ਬਾਅਦ ਦੱਸਦੇ ਆ ਕਿ ਈਸ਼ਰ ਸਿੰਘ ਦੀ ਇਸ ਇਲਾਕੇ ਦੇ ਵਿੱਚ ਐਸੀ ਜਿਹੜੀ ਸੀਗੀ ਉਹ ਚੜ੍ਹਦੀ ਕਲਾ ਹੋਈ ਸੀ ਵੀ ਕੋਈ ਵੀ ਆਦਮੀ ਈਸ਼ਰ ਸਿੰਘ ਦੇ ਅੱਗੇ ਖੜਾ ਨਹੀਂ ਸੀ ਹੁੰਦਾ। ਅਗਰ ਕੋਈ ਗੈਰ ਮਰਦ ਵੀ ਜਿਹੜਾ ਈਸ਼ਰ ਸਿੰਘ ਦੇ ਸਾਹਮਣੇ ਆ ਜਾਂਦਾ ਤੇ ਈਸ਼ਰ ਸਿੰਘ ਦੇ ਸਾਹਮਣੇ ਆਉਂਦੇ ਹੀ ਉਹ ਨੀਵੀਂ ਪਾ ਕੇ ਖੜ ਜਾਂਦਾ ਸੀ।
इस तरह फिर ਜਿਹੜਾ ਈਸ਼ਰ ਸਿੰਘ ਲੰਬੜਦਾਰ ਸੀਗਾ ਮਹਾਂਪੁਰਖਾਂ ਦੀ ਸੇਵਾ ਕਰਦਾ ਰਿਹਾ। ਇੱਕ ਦਿਨ ਈਸ਼ਰ ਸਿੰਘ ਦੇ ਜਿਹੜੇ ਮਾਤਾ ਪਿਤਾ ਇਹ ਜਦ ਇਸ ਅਸਥਾਨ ਡੇਰੇ 'ਤੇ ਆਏ ਤੇ ਇਹਨਾਂ ਦੇ ਪਿਤਾ ਭਾਈ ਸੁੰਦਰ ਸਿੰਘ ਤੇ ਮਾਤਾ ਕਿਸ਼ਨ ਕੌਰ ਨੇ ਈਸ਼ਰ ਸਿੰਘ ਨੂੰ ਆਖਿਆ ਕਿ ਤੂੰ ਇਹ ਡੇਰਾ ਸਥਾਨ ਛੱਡ ਕੇ ਆਪਣੇ ਘਰ ਆ ਜਾ, ਸਾਡੇ ਘਰ ਕਿਹੜਾ ਕਿਸੇ ਚੀਜ਼ ਦਾ ਘਾਟਾ ਹੈ। ਜਦ ਇੰਨੀ ਗੱਲ ਹੋਈ ਤਾਂ ਈਸ਼ਰ ਸਿੰਘ ਨੇ ਸਾਫ਼ ਨਾ ਆਪਣੇ ਮਾਤਾ ਪਿਤਾ ਨੂੰ ਕਰਤੀ ਅਤੇ ਕਹਿ ਤਾ ਕਿ ਜਦ ਤੱਕ ਮਹਾਂਪੁਰਖ ਮੈਨੂੰ ਹੁਕਮ ਨਹੀਂ ਦਿੰਦੇ ਤਦ ਤੱਕ ਮੈਂ ਘਰ ਨਹੀਂ ਜਾਣਾ ਹੈਗਾ। ਉਸ ਤੋਂ ਬਾਅਦ ਇਹਨਾਂ ਦੇ ਮਾਤਾ ਪਿਤਾ ਨੇ ਈਸ਼ਰ ਸਿੰਘ ਲੰਬੜਦਾਰ ਦੇ ਨਾਲ ਫਿਰ ਝਗੜਾ ਕੀਤਾ ਸੀ, ਪਰ ਈਸ਼ਰ ਸਿੰਘ ਜਿਹੜਾ ਸੀ ਆਪਣੇ ਘਰ ਜਾਣ ਵਾਸਤੇ ਨਹੀਂ ਸੀ ਮੰਨਿਆ। ਉਸ ਤੋਂ ਬਾਅਦ ਇਹਦੇ ਮਾਤਾ ਪਿਤਾ ਜਿਹੜੇ ਸੀ ਲੜ ਕੇ ਇਹ ਉੱਥੋਂ ਖਾਲੀ ਆਪਣੇ ਘਰ ਚਲੇ ਗਏ। ਪਰ ਜਦੋਂ ਮਹਾਂਪੁਰਖਾਂ ਨੇ ਭਾਈ ਈਸ਼ਰ ਸਿੰਘ ਨੂੰ ਪੁੱਛਿਆ ਕਿ ਤੇਰੇ ਮਾਤਾ ਪਿਤਾ ਐਸੀ ਤੇਰੇ ਬਾਰੇ ਕੀ ਕਹਿੰਦੇ ਸੀ, ਅਤੇ ਫਿਰ ਈਸ਼ਰ ਸਿੰਘ ਨੇ ਹੱਥ ਜੋੜ ਕੇ ਆਖਿਆ ਸੀ, ਕਹਿੰਦੇ ਮਹਾਂਪੁਰਖੋ ਤੁਸੀਂ ਉਹਨਾਂ ਦੀਆਂ ਗੱਲਾਂ ਸੁਣ ਹੀ ਲਈਆਂ, ਹੁਣ ਮੈਂ ਮੁੱਖੋਂ ਕੀ ਆਖਾਂ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ ਚੱਲ ਸ਼ੁੱਧ ਹੈਗਾ। ਇਸੇ ਤਰ੍ਹਾਂ ਈਸ਼ਰ ਸਿੰਘ ਦੇ ਮਾਤਾ ਪਿਤਾ ਕਈ ਵਾਰ ਮਹਾਂਪੁਰਖਾਂ ਦੇ ਪਾਸ ਈਸ਼ਰ ਸਿੰਘ ਨੂੰ ਲੈਣ ਆਏ, ਪਰ ਈਸ਼ਰ ਸਿੰਘ ਹਰੇਕ ਵਾਰੀ ਨਾ ਕਰਦਾ ਰਿਹਾ ਅਤੇ ਇਹਦੇ ਮਾਤਾ ਪਿਤਾ ਜਿਹੜੇ ਸੀ ਉਹ ਲੜ ਕੇ ਘਰ ਜਾਂਦੇ ਰਹੇ। ਉਸ ਤੋਂ ਬਾਅਦ ਜਦ ਈਸ਼ਰ ਸਿੰਘ ਨਹੀਂ ਮੰਨਿਆ ਸੀਗਾ ਤਾਂ ਫਿਰ ਇਹਦੇ ਮਾਤਾ ਪਿਤਾ ਨੇ ਈਸ਼ਰ ਸਿੰਘ ਦੀ ਘਰਵਾਲੀ ਨੂੰ ਜਿਹੜਾ ਸੀ ਤੰਗ ਕਰਨਾ ਸ਼ੁਰੂ ਕਰ ਦਿੱਤਾ। ਜਦ ਈਸ਼ਰ ਸਿੰਘ ਦੀ ਜਿਹੜੀ ਘਰਵਾਲੀ ਜਿਹਦਾ ਨਾਂ ਸੀ ਬੀਬੀ ਭਾਗੀ, ਇਹ ਜਦ ਆਪਣੇ ਸੱਸ ਸਹੁਰੇ ਤੋਂ ਜ਼ਿਆਦਾ ਤੰਗ ਹੋਈ ਤਾਂ ਇਹ ਜਿਹੜੀ ਸੀ ਫਿਰ ਡੇਰੇ 'ਤੇ ਪਹੁੰਚੀ ਸੀ। ਇਹਨੇ ਆਪਣੇ ਪਤੀ ਈਸ਼ਰ ਸਿੰਘ ਨੂੰ ਇਹ ਦੱਸਿਆ ਗਿਆ ਕਿ ਮੇਰੇ ਜਿਹੜੇ ਸੱਸ ਸਹੁਰਾ ਹੈਗੇ ਤੇਰੇ ਮਾਤਾ ਪਿਤਾ ਉਹਨਾਂ ਨੇ ਮੈਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ, ਦੱਸੋ ਮੈਂ ਕੀ ਕਰਾਂ। ਫਿਰ ਈਸ਼ਰ ਸਿੰਘ ਨੇ ਮਹਾਂਪੁਰਖਾਂ ਦੇ ਪਾਸ ਜਾ ਕੇ ਬੇਨਤੀ ਕੀਤੀ ਕਿ ਮੇਰੇ ਮਾਤਾ ਪਿਤਾ ਜਿਹੜੀ ਆ ਮੇਰੀ ਘਰਵਾਲੀ ਬੀਬੀ ਭਾਗੀ ਇਹਨੂੰ ਉਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ, ਦੱਸੋ ਮੈਨੂੰ ਕੀ ਹੁਕਮ ਆ। ਅਤੇ ਫਿਰ ਬਾਬਾ ਜੀ ਆਖਣ ਲੱਗੇ ਕਹਿਣ ਲੱਗੇ ਕੋਈ ਗੱਲ ਨਹੀਂ, ਅਗਰ ਤੇਰੀ ਘਰਵਾਲੀ ਨੂੰ ਤੇਰੇ ਮਾਤਾ ਪਿਤਾ ਜ਼ਿਆਦਾ ਤੰਗ ਕਰਦੇ ਤੂੰ ਇਸ ਤਰ੍ਹਾਂ ਕਰ ਕਿ ਆਪਣੀ ਪਤਨੀ ਨੂੰ ਇਸੇ ਡੇਰੇ ਸਥਾਨ 'ਤੇ ਲੈ ਆ ਅਤੇ ਦੋਨੇ ਜੀ ਰਲ ਕੇ ਸੇਵਾ ਕਰੋ। ਉਸ ਤੋਂ ਬਾਅਦ ਈਸ਼ਰ ਸਿੰਘ ਲੰਬੜਦਾਰ ਜਿਹੜਾ ਸੀਗਾ ਉਹਦੀ ਘਰਵਾਲੀ ਫਿਰ ਡੇਰੇ 'ਤੇ ਆ ਗਈ ਸੀ ਅਤੇ ਇਸ ਅਸਥਾਨ 'ਤੇ ਆ ਕੇ ਉਹਨੇ ਮਹਾਂਪੁਰਖਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ। ਇਸ ਤਰ੍ਹਾਂ ਸੇਵਾ ਕਰਦਿਆਂ ਜਦ 2 ਸਾਲ ਦੇ ਤਕਰੀਬ ਸਮਾਂ ਹੋਇਆ ਸੀਗਾ, ਉਸ ਤੋਂ ਬਾਅਦ ਫਿਰ ਈਸ਼ਰ ਸਿੰਘ ਦੀ ਜਿਹੜੀ ਘਰਵਾਲੀ ਸੀ ਉਹ ਗਰਭਵਤੀ ਹੋਈ ਸੀ। ਉਸ ਤੋਂ ਬਾਅਦ ਫਿਰ ਈਸ਼ਰ ਸਿੰਘ ਨੇ ਮਹਾਂਪੁਰਖਾਂ ਤੋਂ ਪਾਸ ਆਗਿਆ ਲਈ ਕਿ ਮੇਰੀ ਜਿਹੜੀ ਪਤਨੀ ਆ ਉਹਦੇ ਬੱਚਾ ਹੋਣ ਵਾਲਾ, ਇਸ ਕਰਕੇ ਤੁਸੀਂ ਸਾਨੂੰ ਆਗਿਆ ਦਿਓ ਕਿ ਅਸੀਂ ਘਰ ਚਲੇ ਜਾਈਏ। ਪਰ ਮਹਾਂਪੁਰਖ ਨੇ ਆਖਿਆ ਕਹਿੰਦੇ ਭਾਈ ਅਜੇ ਸਮਾਂ ਨਹੀਂ ਆਇਆ, ਜਦੋਂ ਸਮਾਂ ਆਇਆ ਤਾਂ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ। ਉਸ ਤੋਂ ਬਾਅਦ ਈਸ਼ਰ ਸਿੰਘ ਜਿਹੜਾ ਲੰਬੜਦਾਰ ਸੀ ਚੁੱਪ ਕੀਤਾ ਰਿਹਾ ਅਤੇ ਇਹ ਤੇ ਇਹਦੀ ਘਰਵਾਲੀ ਜਿਹੜੀ ਸੀ ਇਸ ਤਰ੍ਹਾਂ ਸੇਵਾ ਕਰਦੇ ਰਹੇ। ਅਤੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਸੇਵਾ ਕਰਦੇ ਹੁੰਦੇ ਸੀਗੇ ਅਤੇ ਇੱਕ ਮਹਾਂਪੁਰਖ ਜਿਹਨਾਂ ਦਾ ਨਾਂ ਸੀਗਾ ਬਾਬਾ ਜੀਉਣ ਦਾਸ, ਇਹ ਜਿਹੜੇ ਬਾਬਾ ਜੀਉਣ ਦਾਸ ਸੀ ਇਹ ਕੋਟ ਸਮੀਰ ਦੇ ਸੀਗੇ। ਇਹ ਅਚਨਚੇਤ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਜਦ ਘੋੜੀ 'ਤੇ ਸਵਾਰ ਹੋ ਕੇ ਇੱਥੇ ਪਹੁੰਚੇ ਸੀ ਅਤੇ ਇਹ ਸੰਤ ਜੀਉਣ ਦਾਸ ਜੀ ਨੇ ਆਪਣੀ ਘੋੜੀ ਜਿਹੜੀ ਸੀ ਬਾਹਰ ਬੰਨ੍ਹ ਲਈ। ਅਤੇ ਜਦ ਬਾਹਰ ਬੰਨ੍ਹੀ ਆ ਤਾਂ ਉਸ ਤੋਂ ਬਾਅਦ ਜਦ ਇਹ ਇਸ ਅਸਥਾਨ ਡੇਰੇ ਦੇ ਉੱਤੇ ਆਏ ਅਤੇ ਫਿਰ ਬਾਬਾ ਜੀ ਨੇ ਭਾਈ ਈਸ਼ਰ ਸਿੰਘ ਅਤੇ ਇਹਦੀ ਘਰਵਾਲੀ ਨੂੰ ਇਹ ਦੱਸਿਆ ਕਿ ਥੱਲੇ ਮਹਾਂਪੁਰਖ ਜੀਉਣ ਦਾਸ ਜੀ ਆਏ ਆ, ਤੁਸੀਂ ਜਾ ਕੇ ਉਹਨਾਂ ਦੇ ਪੈਰਾਂ 'ਤੇ ਨਮਸਕਾਰ। ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਲੰਬੜਦਾਰ ਈਸ਼ਰ ਸਿੰਘ ਅਤੇ ਇਹਦੀ ਘਰਵਾਲੀ ਨੇ ਜਾ ਕੇ ਮਹਾਂਪੁਰਖਾਂ ਦੇ ਪਾਸ ਮੱਥਾ ਟੇਕਿਆ। ਜਦੋਂ ਮੱਥਾ ਟੇਕਿਆ ਅਤੇ ਉਸ ਟਾਈਮ ਜੀਉਣ ਦਾਸ ਮਹਾਂਪੁਰਖਾਂ ਨੇ ਜਿਹੜੀ ਸੀਗੀ ਇਹਨਾਂ ਨੂੰ ਮੱਥਾ ਟੇਕਦੇ ਸਾਰੀ ਇਹ ਸੀਸਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਥਾਣੇਦਾਰੀਆਂ ਅਤੇ ਸਰਦਾਰੀਆਂ ਕਾਇਮ ਰਹਿਣ, ਰੰਗ ਭਾਗ ਲੱਗੇ ਰਹਿਣ, ਪਿੰਡ ਵਿੱਚ ਚੌਧਰ ਜਿਹੜੀ ਸੀ ਉਹ ਉੱਚੇ ਦਰਜੇ ਦੀ ਚੱਲਦੀ ਰਹੇ। ਇਸ ਤਰ੍ਹਾਂ ਜਦ ਉਹਨਾਂ ਨੇ ਸੀਸਾਂ ਦਿੱਤੀਆਂ ਉਸ ਤੋਂ ਬਾਅਦ ਫਿਰ ਬਾਬਾ ਹਰਨਾਮ ਸਿੰਘ ਜੀ ਖੜ੍ਹੇ ਇਹ ਸੀਸਾਂ ਸੁਣਦੇ ਸੀ ਅਤੇ ਜਦ ਉਹ ਮਹਾਂਪੁਰਖ ਜਿਹੜੇ ਸੀਗੇ ਜੀਉਣ ਦਾਸ ਜਦ ਅਸੀਸਾਂ ਦੇ ਕੇ ਹਟੇ ਅਤੇ ਬਾਬਾ ਜੀ ਕਹਿਣ ਲੱਗੇ ਕਹਿੰਦੇ ਹਾਂ ਭਾਈ ਸ਼ੁੱਧ ਹੈਗਾ। ਉਸ ਤੋਂ ਬਾਅਦ ਫਿਰ ਬਾਬਾ ਮਹਾਰਨਾਮ ਸੁਣਨ ਨੇ ਈਸ਼ਰ ਸਿੰਘ ਨੂੰ ਕਹਿ ਤਾ ਵੀ ਤੇਰੇ ਉੱਤੇ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕਰ ਦਿੱਤੀ ਆ ਅਤੇ ਇਸ ਕਰਕੇ ਭਾਈ ਹੁਣ ਸਮਾਂ ਆ ਗਿਆ, ਹੁਣ ਤੁਸੀਂ ਆਪਣੇ ਘਰ ਜਾ ਸਕਦੇ ਆ। ਉਸ ਤੋਂ ਬਾਅਦ ਲੰਬੜਦਾਰ ਈਸ਼ਰ ਸਿੰਘ ਜਿਹੜੀ ਸੀ ਆਪਣੀ ਪਤਨੀ ਬੀਬੀ ਭਾਗੀ ਨੂੰ ਨਾਲ ਲੈ ਕੇ ਫਿਰ ਆਪਣੇ ਘਰ ਚਲਾ ਗਿਆ ਸੀ। ਇਸੇ ਤਰ੍ਹਾਂ ਜਦੋਂ ਮਹਾਂਪੁਰਖ ਆਪਣੇ ਸਥਾਨ 'ਤੇ ਰਹਿੰਦੇ ਹੁੰਦੇ ਸੀ ਉਹਨਾਂ ਟਾਈਮਾਂ ਦੇ ਵਿੱਚ ਅਤੇ ਉਹਨਾਂ ਟਾਈਮਾਂ ਦੇ ਵਿੱਚ ਡੇਰੇ ਦੇ ਵਿੱਚ ਤਕਰੀਬਨ 60 ਦੇ ਕਰੀਬ ਜਿਹੜੇ ਸੀਗੇ ਉਹ ਕੁੱਤੇ ਹੁੰਦੇ ਸੀ। ਇਹ ਜਿਹੜੇ ਕੁੱਤੇ ਹੁੰਦੇ ਸੀ ਇਹਨਾਂ ਨੂੰ ਸੇਵਾਦਾਰ ਜਿਹੜੇ ਸੀ ਸਮੇਂ ਦੇ ਉੱਤੇ ਉਹ ਰੋਟੀਆਂ ਪਾਉਂਦੇ ਹੁੰਦੇ ਸੀ ਜਾਂ ਹੋਰ ਲੱਸੀ ਵਗੈਰਾ ਇਹ ਆਦਿਕ ਜਿਹੜੇ ਖਾਣੇ ਇਹਨਾਂ ਨੂੰ ਖਵਾਉਂਦੇ ਹੁੰਦੇ ਸੀ। ਅਤੇ ਇਹਨਾਂ ਕੁੱਤਿਆਂ ਦੇ ਵਿੱਚੋਂ ਇੱਕ ਡੱਬੇ ਰੰਗ ਦਾ ਕੁੱਤਾ ਹੁੰਦਾ ਸੀ, ਬੜਾ ਤਕੜਾ ਹੁੰਦਾ ਸੀ, ਸਭ ਤੋਂ ਮੋਟਾ ਹੁੰਦਾ ਸੀ। ਪਰ ਬਾਕੀ ਕੁੱਤੇ ਜਿਹੜੇ ਆਪਸ ਵਿੱਚ ਲੜਦੇ ਸੀਗੇ ਇਹਨਾਂ ਵਿੱਚ ਇਹ ਡੱਬਾ ਕੁੱਤਾ ਕਦੀ ਬਹਿੰਦਾ ਨਹੀਂ ਹੁੰਦਾ ਸੀ, ਹਮੇਸ਼ਾ ਲੱਗ ਬਹਿੰਦਾ ਹੁੰਦਾ, ਚੁੱਪ ਕੀਤਾ ਬੈਠਾ ਰਹਿੰਦਾ ਸੀ। ਅਤੇ ਮਹਾਂਪੁਰਖ ਜਦੋਂ ਬਾਬਾ ਮਹਾਰਨਾਮ ਸਿੰਘ ਨੇ ਦੁੱਧ ਛਕਦੇ ਹੁੰਦੇ ਸੀ ਤਾਂ ਆਪਣੇ ਦੁੱਧ ਦਾ ਜਿਹੜਾ ਸੀਤ ਪ੍ਰਸ਼ਾਦ ਇਸ ਡੱਬੇ ਰੰਗ ਦੇ ਕੁੱਤੇ ਨੂੰ ਜ਼ਰੂਰ ਦਿੰਦੇ ਹੁੰਦੇ ਸੀ। ਇੱਕ ਵਾਰ ਕੀ ਹੋਇਆ ਕਿ ਲੰਬੜਦਾਰ ਈਸ਼ਰ ਸਿੰਘ ਹੋਣਾ ਨੇ ਮਹਾਂਪੁਰਖ ਨੂੰ ਪੁੱਛਿਆ ਕਿ ਮਹਾਂਪੁਰਖ ਇਸ ਡੇਰੇ ਦੇ ਵਿੱਚ ਤਕਰੀਬਨ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਕੁੱਤੇ ਰਹਿੰਦੇ ਆ,
ਪਰ ਤੁਸੀਂ ਆਪਣਾ ਸ਼ੀਤ ਪ੍ਰਸਾਦ ਕੇਵਲ ਤੇ ਕੇਵਲ ਜਿਹੜਾ ਹੈਗਾ ਉਹ ਡੱਬੇ ਰੰਗ ਦੇ ਕੁੱਤੇ ਨੂੰ ਵੀ ਪਾਉਂ ਦਿੰਦੇ ਆ, ਐਸਾ ਕਿਉਂ ਹੈ? ਜਦ ਇੰਨੀ ਗੱਲ ਹੋਈ ਸੀ ਬਾਬਾ ਜੀ ਕਹਿਣ ਲੱਗੇ ਤੈਨੂੰ ਕੀ ਦੱਸੀ, ਪਰ ਜਦ ਈਸ਼ਰ ਸਿੰਘ ਨੇ ਜ਼ੋਰ ਦਿੱਤਾ ਸੀ ਤੇ ਫਿਰ ਮਹਾਂਪੁਰਖਾਂ ਨੇ ਗੱਲ ਖੋਲ੍ਹੀ ਸੀ। ਕਹਿੰਦੇ ਵੀ ਇਹ ਜਿਹੜਾ ਕੁੱਤਾ ਹੈ ਨਾ, ਇਹ ਸਾਡੇ ਪਿਛਲੇ ਜਨਮ ਵਿੱਚ ਸਾਡਾ ਸਕਾ ਭਰਾ ਸੀ, ਇਹਦਾ ਨਾਂ ਸੀ ਦਸ਼ੌਂਧਾ ਸਿੰਘ। ਇਹ ਜਿਹੜਾ ਦਸ਼ੌਂਧਾ ਸਿੰਘ ਇਹ ਲੰਬੜਦਾਰ ਸੀਗਾ। ਲੰਬੜਦਾਰੀ ਦੀ ਆੜ ਦੇ ਵਿੱਚ ਇਹ ਜਿੱਥੇ ਲੰਬੜਦਾਰੀ ਕਰਦਾ ਸੀ ਉੱਥੇ ਵੱਢੀ ਵੀ ਲੈਂਦਾ ਸੀ ਤੇ ਨਾਲ ਕੁਕਰਮ ਵੀ ਕਰਦਾ ਸੀ। ਜਦ ਇੰਨੀ ਗੱਲ ਹੋਈ ਆ ਤੇ ਫਿਰ ਈਸ਼ਰ ਸਿੰਘ ਕਹਿਣ ਲੱਗੇ ਮਹਾਂਪੁਰਖੋ ਐਸਾ ਇਹਦੇ ਕਰਮ, ਤੇ ਬਾਬਾ ਜੀ ਕਹਿਣ ਲੱਗੇ ਜਿਹਦੇ ਕਰਮਾਂ ਕਰਕੇ ਇਹਨੂੰ ਫਿਰ ਕੁੱਤੇ ਦੀ ਜੂਨ ਪ੍ਰਾਪਤ। ਜਦ ਇੰਨੀ ਗੱਲ ਹੋਈ ਸੀ ਤੇ ਫਿਰ ਈਸ਼ਰ ਸਿੰਘ ਕਹਿਣ ਲੱਗਾ ਕਹਿੰਦਾ ਮਹਾਂਪੁਰਖੋ ਤੁਹਾਡਾ ਤਾਂ ਪ੍ਰਤਾਪ ਹੀ ਬੜਾ ਤੇਜ਼ ਹੈ, ਤੁਹਾਡੇ ਦਰਸ਼ਨ ਕਰਨ ਦੇ ਨਾਲ ਹੀ ਸਾਰੇ ਪਾਪ ਨਿਵਿੱਤ ਹੋ ਜਾਂਦੇ ਆ। ਤੇ ਫਿਰ ਤੁਹਾਡਾ ਜਿਹੜਾ ਭਰਾ ਦਸ਼ੌਂਧਾ ਸਿੰਘ ਜਿਹੜਾ ਹੁਣ ਕੁੱਤੇ ਦੀ ਜੂਨ ਦੇ ਵਿੱਚ, ਉਹਨੂੰ ਇਹ ਜੂਨੀ ਕਿਉਂ ਮਿਲ ਗਈ ਆ? ਜਦ ਇੰਨੀ ਗੱਲ ਹੋਈ ਤੇ ਬਾਬਾ ਜੀ ਕਹਿਣ ਲੱਗੇ ਕਹਿੰਦੇ ਦੇਖ ਭਾਈ, ਗੁਰੂ ਘਰ ਦੇ ਵਿੱਚ ਕਿਸੇ ਚੀਜ਼ ਦਾ ਕੋਈ ਲਿਹਾਜ਼ ਨਹੀਂ, ਜੋ ਵੀ ਕੋਈ ਬੀਜੇਗਾ ਉਹੀ ਉਹ ਵੱਢੇਗਾ, ਉਹੀ ਉਸ ਨੂੰ ਚੀਜ਼ ਪ੍ਰਾਪਤ ਹੋਗੀ। ਪਰ ਹਾਂ ਹੁਣ ਇੰਨਾ ਹੈਗਾ ਕਿ ਚਾਹੇ ਇਹ ਹੁਣ ਕੁੱਤੇ ਦੀ ਜੂਨ 'ਚ ਆ, ਪਰ ਹੁਣ ਸਾਨੂੰ ਇਸ ਜਨਮ 'ਚ ਮਿਲ ਗਿਆ ਹੈਗਾ, ਹੁਣ ਇਹਦਾ ਜਿਹੜਾ ਹਿਸਾਬ ਕਿਤਾਬ ਇਸੇ ਜਨਮ ਦੇ ਵਿੱਚ ਨਿਬੜ ਜਾਊਗਾ ਤੇ ਉਸ ਤੋਂ ਬਾਅਦ ਇਹਦਾ ਜਿਹੜਾ ਜੀਵਨ ਹੈਗਾ ਸਦਾ ਵਾਸਤੇ ਸੁਰਖਰੂ ਹੋ ਜਾਊਗਾ, ਇਹਦੀ ਸਦਗਤੀ ਹੋ ਜਾਊਗੀ। ਇਸ ਤਰ੍ਹਾਂ ਕੀ ਹੋਇਆ ਸੀਗਾ ਕਿ ਬਾਬਾ ਨੰਦ ਦੇ ਸਮੇਂ ਦੇ ਵਿੱਚ ਵੀ ਇੱਕ ਵਾਰ ਇੱਕ ਚਿੱਟੇ ਰੰਗ ਦਾ ਕੁੱਤਾ ਹੁੰਦਾ ਸੀ। ਇਹ ਜਦੋਂ ਬਾਬਾ ਨੰਦ ਸੋਹਣੀ ਜਿਹੜੇ ਸੀ ਕਿਤੇ ਬਾਹਰ ਘੁੰਮਣ ਫਿਰਨ ਜਾਂਦੇ ਸੀ, ਇਹ ਚਿੱਟੇ ਰੰਗ ਦਾ ਜਿਹੜਾ ਕੁੱਤਾ ਹੁੰਦਾ ਸੀ ਬਾਬਾ ਜੀ ਦੇ ਮੋਹਰੇ ਲੇਟ ਜਾਂਦੇ ਤੇ ਬਾਬਾ ਜੀ ਇਹਨੂੰ ਮਾੜੀ ਜਿਹੀ ਸੋਟੀ ਲਾ ਕੇ ਪਾਸੇ ਕਰ ਦਿੰਦੇ ਸੀ ਤਾਂ ਆਪ ਕੋਲੋਂ ਨਿਕਲ ਜਾਂਦੇ ਸੀ। ਇੱਕ ਵਾਰ ਕੀ ਹੋਇਆ ਕਿ ਪੂਰਨਮਾਸ਼ੀ ਦਾ ਦੀਵਾਨ ਸੀਗਾ ਤੇ ਚਿੱਟੇ ਰੰਗ ਦਾ ਕੁੱਤਾ ਜਿਹੜਾ ਸੀਗਾ ਇਸ ਦੀਵਾਨ ਦੇ ਵਿੱਚ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਜਿਹੜੇ ਸੇਵਾਦਾਰ ਸੀ ਇਹ ਕੁੱਤੇ ਨੂੰ ਜਿਹੜਾ ਸੀਗਾ ਇਹ ਸੋਟੀ ਦੇ ਨਾਲ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ। ਫਿਰ ਬਾਬਾ ਨੰਦ ਸੋਹਣਾ ਨੇ ਅਚਨਚੇਤ ਸੇਵਾਦਾਰ ਨੂੰ ਆਖਿਆ, ਕਹਿੰਦੇ ਭਾਈ ਇਸ ਕੁੱਤੇ ਦੇ ਸੋਟੀ ਨਾ ਮਾਰੋ, ਇਸ ਨੂੰ ਪਚਕਾਰ ਕੇ ਬਾਹਰ ਲੈ ਜਾਓ ਤੇ ਲੰਗਰ ਦੇ ਵਿੱਚ ਇਸ ਨੂੰ ਪ੍ਰਸ਼ਾਦਾ ਤੇ ਖੀਰ ਖਿਲਾ ਦਿਓ। ਉਸ ਤੋਂ ਬਾਅਦ ਸੇਵਾਦਾਰ ਜਿਹੜੇ ਸੀ ਕੁੱਤੇ ਨੂੰ ਪਚਕਾਰ ਕੇ ਲੰਗਰ ਹਾਲ ਤੋਂ ਬਾਹਰ ਜਿਹੜੇ ਸੀ ਇੱਕ ਪਾਸੇ ਲੈ ਗਏ, ਇੱਕ ਜਗ੍ਹਾ ਜਾ ਕੇ ਉਹਨੂੰ ਖੀਰ ਪਾਤੀ ਤੇ ਪ੍ਰਸ਼ਾਦਾ ਦੇ ਦਿੱਤਾ। ਉਸ ਤੋਂ ਬਾਅਦ ਉਹ ਕੁੱਤਾ ਬਾਹਰ ਚਲਿਆ ਗਿਆ ਪਰ ਮੁੜ ਨਹੀਂ ਆਇਆ। ਜਦ ਮੁੜ ਕੇ ਨਹੀਂ ਆਇਆ ਤਾਂ ਫਿਰ ਇੱਕ ਬਾਬਾ ਜੀ ਨੇ ਸੇਵਾਦਾਰ ਨੂੰ ਪੁੱਛਿਆ, ਕਹਿੰਦੇ ਭਾਈ ਜਿਹੜੇ ਚਿੱਟੇ ਰੰਗ ਦਾ ਕੁੱਤਾ ਸੀਗਾ ਉਹ ਨਹੀਂ ਮੁੜ ਕੇ ਦੇਖਿਆ? ਸੇਵਾਦਾਰ ਕਹਿਣ ਲੱਗੇ ਜੇ ਜਦੋਂ ਦਾ ਉਹਨੇ ਪ੍ਰਸ਼ਾਦਾ ਖਾਧਾ ਮੁੜ ਇਸ ਸਥਾਨ 'ਤੇ ਆਇਆ ਨਹੀਂ। ਤੇ ਬਾਬਾ ਜੀ ਕਹਿਣ ਲੱਗੇ ਕਹਿੰਦੇ ਭਾਈ ਉਹਦੀ ਸਦਗਤੀ ਹੋ ਗਈ। ਜਦ ਇੰਨੀ ਗੱਲ ਹੋਈ ਤਾਂ ਫਿਰ ਜਦ ਸੇਵਾਦਾਰਾਂ ਨੇ ਬਾਹਰ ਜਾ ਕੇ ਦੇਖਿਆ ਇਹ ਕੁੱਤਾ ਜਿਹੜਾ ਸੀਗਾ ਮਰਿਆ ਪਿਆ ਸੀਗਾ। ਤੇ ਉਹਨਾਂ ਨੇ ਬਾਬਾ ਜੀ ਨੂੰ ਆਖਿਆ ਜੀ ਉਹ ਤਾਂ ਵਾਕਿਆ ਮਰਿਆ ਪਿਆ ਹੈ। ਬਾਬਾ ਜੀ ਕਹਿਣ ਲੱਗੇ ਉਸ 'ਤੇ ਕੱਪੜਾ ਪਾ ਕੇ ਨਾ ਉਹਦਾ ਅੰਤਿਮ ਸੰਸਕਾਰ ਦਿਓ, ਉਹਨੂੰ ਮਿੱਟੀ 'ਚ ਦੱਬ ਦਿਓ। ਇਸੇ ਤਰ੍ਹਾਂ ਸੇਵਾਦਾਰਾਂ ਨੇ ਕੀਤਾ ਸੀ। ਸੋ ਇਸ ਤਰ੍ਹਾਂ ਇੱਕ ਵਾਰੀ ਕੀ ਹੋਇਆ ਸੀਗਾ ਕਿ ਇੱਕ ਮਜ਼੍ਹਬੀ ਨੇ ਮਹਾਂਪੁਰਖਾਂ ਦੇ ਡੇਰੇ ਦਾ ਇੱਕ ਕੁੱਤਾ ਜਿਹੜਾ ਸੀਗਾ ਮਾਰ ਦਿੱਤਾ। ਜਦੋਂ ਕੁੱਤਾ ਮਾਰਿਆ ਤੇ ਉਹ ਸੇਵਾਦਾਰ ਨੇ ਮਹਾਂਪੁਰਖਾਂ ਨੂੰ ਦੱਸਿਆ ਕਿ ਉਸ ਮਜ਼੍ਹਬੀ ਨੇ ਆਪਣੇ ਡੇਰੇ ਦਾ ਕੁੱਤਾ ਮਾਰ ਦਿੱਤਾ ਹੈਗਾ। ਜਦ ਇੰਨੀ ਗੱਲ ਹੋਈ ਹੈ ਤਾਂ ਬਾਬਾ ਜੀ ਨੇ ਉਸ ਮਜ਼੍ਹਬੀ ਨੂੰ ਆਪਣੇ ਪਾਸ ਬੁਲਾਇਆ, ਕਹਿਣ ਲੱਗੇ ਕਿ ਭਾਈ ਤੂੰ ਕੁੱਤਾ ਡੇਰੇ ਦਾ ਕਾਹਤੇ ਮਾਰਿਆ ਹੈਗਾ? ਜਦ ਇੰਨੀ ਗੱਲ ਹੋਈ ਤਾਂ ਉਹ ਮਜ਼੍ਹਬੀ ਕਹਿਣ ਲੱਗਾ ਮਹਾਂਪੁਰਖਾਂ ਨੂੰ, ਕਹਿੰਦੇ ਬਾਬਾ ਜੀ ਇਹ ਕੁੱਤਾ ਜਿਹੜਾ ਹਲਕ ਗਿਆ ਸੀਗਾ। ਮਹਾਂਪੁਰ ਕਹਿੰਦੇ ਅੱਛਾ ਕੁੱਤਾ ਹਲਕ ਗਿਆ ਸੀ? ਕਹਿੰਦੇ ਹਾਂ। ਤੇ ਬਾਬਾ ਜੀ ਕਹਿਣ ਲੱਗੇ ਵੀ ਜਿਹੜੇ ਸੇਵਾਦਾਰ ਕੁੱਤੇ ਨੂੰ ਰੋਟੀ ਪਾਉਂਦੇ ਆ ਉਹਨਾਂ ਨੂੰ ਸੱਦ ਕੇ ਲਿਆਓ। ਉਹ ਜਿਹੜੇ ਸੇਵਾਦਾਰ ਕੁੱਤਿਆਂ ਨੂੰ ਰੋਟੀਆਂ ਪਾਉਂਦੇ ਸੀ ਉਹ ਮਹਾਂਪੁਰਖਾਂ ਦੇ ਪਾਸ ਹਾਜ਼ਰ ਹੋ ਗਏ। ਤੇ ਬਾਬਾ ਜੀ ਕਹਿਣ ਲੱਗੇ ਵੀ ਆ ਜਿਹੜਾ ਕੁੱਤਾ ਮਜ਼੍ਹਬੀ ਨੇ ਮਾਰਿਆ ਹੈਗਾ ਇਹ ਵਾਕਿਆ ਹੀ ਹਲਕ ਗਿਆ ਸੀ। ਜਦ ਇੰਨੀ ਗੱਲ ਹੋਈ ਤਾਂ ਉਹ ਸੇਵਾਦਾਰ ਕਹਿਣ ਲੱਗੇ, ਕਹਿੰਦੇ ਨਹੀਂ ਮਹਾਂਪੁਰਖੋ, ਅਸੀਂ ਜਦੋਂ ਹਜੇ ਰੋਟੀ ਪਾਉਂਦੇ ਸੀ ਕਹਿੰਦੇ ਪਿੱਛੋਂ ਆ ਕੇ ਨਾ ਕੁੱਤੇ ਦੇ ਡਾਂਗ ਮਾਰ ਦਿੱਤੀ ਤੇ ਕੁੱਤਾ ਮਰ ਗਿਆ ਸੀ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਫਿਰ ਉਸ ਮਜ਼੍ਹਬੀ ਨੂੰ ਕਹਿਣ ਲੱਗੇ, ਕਹਿੰਦੇ ਦੇਖ ਭਾਈ ਇਹ ਕੁੱਤਾ ਨਹੀਂ ਹਲਕਿਆ, ਤੂੰ ਹਲਕਿਆ ਹੈਗਾ, ਤੈਂ ਹੀ ਇਹਦੇ ਪਿੱਛੋਂ ਡਾਂਗ ਮਾਰੀ। ਜਦ ਇੰਨੀ ਗੱਲ ਹੋਈ ਸੀ ਮਜ਼੍ਹਬੀ ਜਿਹੜਾ ਸੀ ਚੁੱਪ ਕਰਕੇ ਬਾਬਾ ਜੀ ਦੀ ਗੱਲ ਸੁਣ ਕੇ ਨੀਵੀਂ ਪਾ ਕੇ ਉੱਥੋਂ ਚਲਾ ਗਿਆ। ਪਰ ਉਸ ਤੋਂ ਬਾਅਦ ਮਹਾਂਪੁਰਖਾਂ ਦੀ ਰਸਨਾ ਤੋਂ ਨਿਕਲਿਆ ਬਚਨ ਸੱਤ ਹੋਇਆ ਸੀਗਾ। ਜਦੋਂ ਮਜ਼੍ਹਬੀ ਸਿੰਘ ਨੂੰ ਇੱਕ ਵਾਕੇ ਹਲਕੇ ਕੁੱਤੇ ਨੇ ਕੱਟਿਆ ਸੀਗਾ, ਉਹਦੀ ਜਿਹੜੀ ਮੌਤ ਸੀਗੀ ਫਿਰ ਇਸ ਹਲਕ ਦੇ ਕਾਰਨ ਹੋਈ ਸੀ। ਸੋ ਇੱਕ ਵਾਰੀ ਕੀ ਹੋਇਆ ਸੀਗਾ ਕਿ ਇੱਕ ਮਾਣਕਖਾਨੇ ਦੇ ਕੁਝ ਪਿੰਡ ਦੇ ਕੁਛ ਪ੍ਰੇਮੀ ਮਹਾਂਪੁਰਖਾਂ ਦੇ ਪਾਸ ਆਏ। ਇਹਨਾਂ ਨੇ ਆ ਕੇ ਬਾਬਾ ਜੀ ਨੂੰ ਮੱਥਾ ਟੇਕਿਆ ਤੇ ਭਜਨ ਕੀਤਾ ਕਿ ਬਾਬਾ ਜੀ ਵੀ ਸਾਡਾ ਜਿਹੜਾ ਪਿੰਡ ਆ ਬੇਆਬਾਦ ਆ, ਅੱਗੇ ਵਧਿਆ ਨਹੀਂ, ਪਿੰਡ 'ਚ ਕੋਈ ਰੌਣਕ ਨਹੀਂ, ਤੁਸੀਂ ਕਿਰਪਾ ਕਰੋ ਕਿ ਪਿੰਡ ਦੀ ਤਰੱਕੀ ਹੋ ਜਾਵੇ, ਪਿੰਡ ਵਧੇ ਫੁੱਲੇ ਰੌਣਕ ਹੋਵੇ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕੁਛ ਟਾਈਮ ਚੁੱਪ ਰਹੇ ਤੇ ਫਿਰ ਉਹਨੂੰ ਕਹਿਣ ਲੱਗੇ, ਕਹਿੰਦੇ ਦੇਖੋ ਪ੍ਰੇਮੀਓ, ਤੁਸੀਂ ਵੱਡੇ ਵਡੇਰਿਆਂ ਦੀ ਸੇਵਾ ਕਰਨੀ ਭੁੱਲ ਗਏ, ਤੁਸੀਂ ਉਹਨਾਂ ਦੀ ਸੇਵਾ ਕਰ ਲਓ ਤੇ ਤੁਹਾਡਾ ਪਿੰਡ ਵਧੇ ਫੁੱਲੇਗਾ। ਜਦ ਇੰਨੀ ਗੱਲ ਹੋਈ ਹੈ ਤੇ ਪਿੰਡ ਦੇ ਲੋਕੀ ਕਹਿਣ ਲੱਗੇ ਬਾਬਾ ਜੀ ਨੂੰ, ਕਹਿੰਦੇ ਬਾਬਾ ਜੀ ਅਸੀਂ ਵੱਡੇ ਵਡੇਰਿਆਂ ਨੂੰ ਪੂਜਦੇ ਹਾਂ। ਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਅੱਛਾ ਇੱਧਰ ਆਵੋ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਦੇ ਡੇਰੇ ਵਿੱਚ ਜਿਹੜੇ ਕੁੱਤੇ ਹੁੰਦੇ ਸੀ ਉਹਨਾਂ 'ਚ ਇੱਕ ਜਗ੍ਹਾ ਇੱਕ ਕੁੱਤੀ ਬੈਠੀ ਸੀ। ਬਾਬਾ ਜੀ ਨੇ ਉਹਦੇ ਵੱਲ ਇਸ਼ਾਰਾ ਕਰਕੇ ਕਿਹਾ, ਕਹਿੰਦੇ ਦੇਖੋ ਆਹ ਜਿਹੜੀ ਕੁੱਤੀ ਇਹ ਤੁਹਾਡੇ ਵੱਡੇ ਵਡੇਰਿਆਂ ਦੀ ਆ ਤੇ ਇਹਨੂੰ ਤੁਸੀਂ ਕਦ ਪੂਜਿਆ? ਜਦ ਇੰਨੀ ਗੱਲ ਹੋਈ ਤਾਂ ਉਹ ਸਾਰੇ ਪਿੰਡ ਦੇ ਸਾਰੇ ਆਦਮੀ ਸੀਗੇ ਉਹ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗ ਪਏ।
ਜਦ ਮਾਣਖਾਨੇ ਦੇ ਲੋਕ ਇੱਕ ਦੂਜੇ ਵੱਲ ਮੂੰਹ ਕਰਕੇ ਦੇਖਣ ਲੱਗ ਪਏ, ਕਿਸੇ ਨੇ ਕੋਈ ਬਾਬਾ ਜੀ ਨੂੰ ਜਵਾਬ ਨਹੀਂ ਦਿੱਤਾ। ਅਤੇ ਬਾਬਾ ਜੀ ਆਖਣ ਲੱਗੇ, ਕਹਿੰਦੇ ਦੇਖੋ ਭਾਈ, ਜਿਸ ਵਿਅਕਤੀ ਨੇ ਤੁਹਾਡਾ ਨਗਰੇ ਵਸਾਇਆ ਹੈਗਾ, ਉਸ ਵਿਅਕਤੀ ਦੀ ਇਹ ਘਰ ਵਾਲੀ ਹੈਗੀ ਆ। ਤੁਸੀਂ ਇਸ ਤਰ੍ਹਾਂ ਕਰੋ, ਇਸ ਕੁੱਤੀ ਨੂੰ ਆਪਣੇ ਪਿੰਡ ਲੈ ਜਾਓ, ਇਹਦੀ ਸੇਵਾ ਕਰੋ, ਇਹਦਾ ਫਲ ਇਹ ਹੋਊਗਾ ਕਿ ਤੁਹਾਡਾ ਜਿਹੜਾ ਨਗਰ ਹੈ ਨਾ ਵਧੂ ਫੁੱਲੂਗਾ। ਜਦ ਇੰਨੀ ਗੱਲ ਹੋਈ ਤਾਂ ਪਿੰਡ ਦੇ ਜਿਹੜੇ ਲੋਕ ਸੀ ਚੁੱਪ ਕਰ ਗਏ। ਅਤੇ ਮਹਾਂਪੁਰਖ ਜਿਹੜੀ ਸੀ ਇਹ ਬਚਨ ਕਹਿ ਕੇ ਚਲੇ ਗਿਆ। ਪਰ ਪਿੰਡ ਦੇ ਲੋਕਾਂ ਨੇ ਆਪਸ ਵਿੱਚ ਗੱਲਬਾਤ ਕਰਦਿਆਂ ਇਹ ਕਿਹਾ ਕਿ ਜੇ ਅਸੀਂ ਇਹ ਕੁੱਤੀ ਜਿਹੜੀ ਇਸ ਡੇਰੇ 'ਚੋਂ ਪਿੰਡ ਲੈ ਜਾਈਏ ਅਤੇ ਲੋਕ ਸਾਨੂੰ ਮਖੌਲ ਕਰਨਗੇ ਕਿ ਇਹਨਾਂ ਦੇ ਵੱਡੇ ਵਡੇਰਿਆਂ ਦੀ ਜਿਹੜੀ ਆ ਕੋਈ ਜਨਾਨੀ ਉਹ ਕੁੱਤੀ ਬਣ ਕੇ ਇਸ ਅਸਥਾਨ ਦੇ ਉੱਤੇ ਰਹਿੰਦੀ ਆ, ਇਹ ਲੋਕ ਉਹਨੂੰ ਪੂਜਦੇ ਆ। ਉਹ ਕਹਿਣ ਲੱਗੇ ਵੀ ਅਸੀਂ ਕੁੱਤੀ ਦੀ ਪੂਜਾ ਨਹੀਂ ਕਰਨੀ, ਉਹਨੂੰ ਰੋਟੀ ਨਹੀਂ ਪਾਉਣੀ। ਪਰ ਦੇਖੋ ਗੱਲ ਕੀ, ਮਹਾਂਪੁਰਖਾਂ ਦਾ ਬਚਨ ਉਹਨਾਂ ਨੇ ਨਹੀਂ ਮੰਨਿਆ। ਉਸ ਤੋਂ ਬਾਅਦ ਇਹ ਜਿਹੜਾ ਨਗਰ ਸੀਗਾ ਇਹ ਉੱਥੇ ਦਾ ਉੱਥੇ ਹੀ ਰਿਹਾ, ਇਹਦਾ ਵਾਧਾ ਨਹੀਂ ਹੋ ਸਕਿਆ। ਇਸ ਤਰ੍ਹਾਂ ਕੀ ਹੋਇਆ ਕਿ ਇੱਕ ਵਾਰੀ ਬਾਬਾ ਨੰਦ ਸੋਹਣਾ ਦੇ ਪਾਸ ਨਾ ਇੱਕ ਲੱਧਾ ਰਾਮ ਦਾ ਪ੍ਰੇਮੀ ਸੀਗਾ, ਅਤੇ ਇਹਦੇ ਨਾ ਔਲਾਦ ਜਿਹੜੀ ਹੁੰਦੀ ਸੀ ਬਚਦੀ ਨਹੀਂ ਸੀ। ਇਹਨੇ ਬਾਬਾ ਨੰਦ ਸੋਹਣਾ ਦੇ ਪਾਸ ਆ ਕੇ ਮੱਥਾ ਟੇਕਿਆ ਅਤੇ ਬਾਬਾ ਜੀ ਨੂੰ ਬਚਨ ਕੀਤਾ ਵੀ ਮਹਾਂਪੁਰਖੋ ਕਿਰਪਾ ਕਰੋ। ਅਤੇ ਬਾਬਾ ਨੰਦ ਸੋਹਣਾ ਨੇ ਇਹ ਭਾਈ ਜਿਹੜਾ ਲੱਧਾ ਰਾਮ ਸੀ, ਇਹਨਾਂ ਨੂੰ ਮਹਾਂਪੁਰਖਾਂ ਦੇ ਪਾਸ ਪੁੱਛੋ ਭੇਜ ਦਿੱਤਾ। ਜਦ ਬਾਬਾ ਜੀ ਦੇ ਪਾਸ ਭੇਜਿਆ, ਇਹਨੇ ਉਹੀ ਬੇਨਤੀ ਬਾਬਾ ਮਹਾਰਾਮ ਸੋਹਣਾ ਦੇ ਅੱਗੇ ਦਰਾਈ। ਅਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਵੀ ਭਾਈ ਨੰਦ ਸਿੰਘ ਤਾਂ ਆਪ ਸਮਰੱਥ ਵਾ, ਉਹਨਾਂ ਦੇ ਪਾਸ ਹੀ ਸਭ ਕੁਛ ਹੈਗਾ, ਉਹਨਾਂ ਨੇ ਤੈਨੂੰ ਇੱਥੇ ਕਾਹਤੇ ਭੇਜ ਦਿੱਤਾ ਹੈਗਾ, ਉੱਥੋਂ ਹੀ ਤੈਨੂੰ ਸਭ ਕੁਛ ਪ੍ਰਾਪਤ ਹੋ ਜਾਣਾ ਸੀਗਾ। ਪਰ ਇੰਨੀ ਗੱਲ ਹੋਈ ਤਾਂ ਫਿਰ ਭਾਈ ਲੱਧਾ ਰਾਮ ਜੀ ਬਾਬਾ ਜੀ ਨੂੰ ਕਹਿਣ ਲੱਗੇ, ਜੀ ਮੈਂ ਬੇਨਤੀ ਤਾਂ ਉਹਨਾਂ ਨੇ ਕੀਤੀ ਸੀ, ਉਹਨਾਂ ਨੇ ਕਿਹਾ ਕਿ ਸਾਡੇ ਗੁਰਦੇਵ ਜਿਹੜੇ ਭੁੱਚੋ ਰਹਿੰਦੇ ਉਹਨਾਂ ਦੇ ਪਾਸ ਬੇਨਤੀ ਕਰ ਲਓ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜਿਹੜੇ ਸਵਿਚ ਚੁੱਪ ਕਰ ਗਏ। ਉਸ ਤੋਂ ਬਾਅਦ ਮਹਾਂਪੁਰਖਾਂ ਨੇ ਕੀ ਕੀਤਾ ਸੀ, ਕੁੱਜੇ 'ਚੋਂ ਕੁਛ ਮਿਸ਼ਰੀ ਕੱਢੀ ਉਸ ਪ੍ਰੇਮੀ ਨੂੰ ਦਿੱਤੀ। ਉਸ ਤੋਂ ਬਾਅਦ ਦੇਖੋ ਉਹਦੀ ਜਿਹੜੀ ਸੰਤਾਨ ਜਿਹੜੀ ਸਮਿਆਂ ਦੇ ਵਿੱਚ ਜਦ ਵੀ ਹੁੰਦੀ ਸੀ ਉਹਦੀ ਮੌਤ ਹੋ ਜਾਂਦੀ ਸੀ। ਉਸ ਤੋਂ ਬਾਅਦ ਉਹਦੀ ਸੰਤਾਨ ਜਿਹੜੀ ਸੀਗੀ ਇਸ ਮਿਸ਼ਰੀ ਦੇ ਪ੍ਰਸ਼ਾਦ ਦੀ ਬਦੌਲਤ ਜਿਹੜੀ ਸੀਗੀ ਘਰ ਦੇ ਵਿੱਚ ਵਧੀ ਫੁੱਲੀ ਆ। ਸੋ ਦਾਸ ਇੰਨੇ ਹੀ ਵਚਨ ਮਹਾਂਪੁਰਖਾਂ ਦੇ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾ ਚੁੱਕਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।